श्री वाहिगुरु जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। चक्र चहन अर बरन जात अर पात नहन जेहे रूप रंग अर रेख भेख को कह न सकत केहे। अचाल मूरत आन भउ प्रकाश आम तोज कहजै। कोट इंद्र इंद्राण साहे सहान गणजै। तरे भवन महीप सुर नर असुर। नेत नेत बन तृण कहत तब सर्ब नाम कथय कवन। कर्म नाम बरनत समत। पाति तोरा मालने पाति पाति जियो। जिस पाहन को पाति तोरा सो पाहन निर्जियो। भूले मालनी है एओ सुर जागता है देओ। ब्रह्म पाते बिशन डारी फूल शंकर देओ। तीन देव पर तख तोर कर है किसकी सेओ। पाखाण गढ़ कै मूरत कीनी देख छाती पाओ। जे एहो मूरत साची है तो गढ़न हारै खाओ। पात पहत अर लापसी कर करा का सार। भोगण हारै भोगया इस मूरत का मुख छार। मालन भूली जग भुलाना हम भुलाने नाहे। कह कबीर हम राम राखे कृपा कर हर राय। हम अवगुण भरे एक गुण नाही। अमरत छाड़ बिख बिख माया मोह परम पै भूले। सुत धारा स्यों प्रीत एक उत्तम पंथ सुन्यो गुर संगत। तेह मिलंत जाम एक अरदास पाठ कीरत की। गुर रामदास राखो सो कहो टल गुर सेविया।
ਅਹਨਸ ਸਹਜ ਸੋ ਪਾਏ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸਹੁ ਕੁਰਸਹੁ ਚਟਿਐ। ਖੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ। ਇਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆਂ। ਇਕ ਓੰਕਾਰ ਸਤ ਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਵਗ ਬਪੋੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨ ਜਾਏ। ਰਹਾਉ ਰਖ ਰਖ ਚਰਨ ਧਰੇ ਵਿਚਾਰੇ। ਦੋਬੇਦਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ। ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਅਕਥ ਕਥਾ ਗੁਰ ਬਚਨੀ ਆਧਰ। ਸੁਨ ਮੰਡਲ ਇਕ ਜੋਗੀ ਬੈਸੇ। ਨਾਰ ਨ ਪੁਰਖ ਕਹੋ ਕੋ ਕੈਸੇ। ਤੇਰ ਪਾਵਨ ਜੋਤ ਰਹੇ ਲਿਵਲਾਈ। ਸੁਰ ਨਰ ਨਾਥ ਸੱਚੇ ਸਰਨਾਈ। ਆਨੰਦ ਮੂਲ ਅਨਾਤ ਆਧਾਰੀ। ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਸ਼ਲ ਪੈ ਕਾਟਨ ਹਾਰੇ। ਹਉ ਮੈਂ ਮਾਰ ਮਿਲੇ
ਪਗ ਧਾਰੇ। ਅਨਕ ਜਤਨ ਕਰ ਕਾਲ ਸੰਤਾਏ। ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਿਧਾ ਖੋਵੈ। ਆਪਨਾ ਚੀਨਸ ਭ੍ਰਮ ਭ੍ਰਮ ਰੋਵੈ। ਕਹਿਤਉ ਪੜਤਉ ਸੁਣਤਉ ਏਕ। ਧੀਰਜ ਧਰਮ ਧਰਣੀ ਧਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ। ਚੌਥੇ ਪਦ ਕਉ ਜੇ ਮਨ ਪਤੀ ਆਏ। ਸਾਚੇ ਨਿਰਮਲ ਮੈਲ ਨ ਲਾਗੈ। ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਸਾਚੇ ਨਿਰਮਲ ਮੈਲ ਨ ਲਾਗੈ। ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ। ਨਾਨਕ ਚਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਤਿਲਕ ਤੇ ਜੰਜੂ ਦੇ ਰਾਖੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਰੱਬੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਗੁਰਦੇਵ ਦੇ ਪਾਵਨ ਅੰਮ੍ਰਿਤਮਈ ਬਚਨਾਂ ਨੂੰ ਰਲ ਮਿਲ ਕੇ ਵਿਚਾਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਰ ਸੈ ਔਰ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਘਰ ਦੂਜੇ ਵਿੱਚ ਇਸ ਪਵਿੱਤਰ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ।
ਔਰ ਇਹ ਰਾਗ ਧਨਾਸਰੀ ਦੀਆਂ ਅਸ਼ਟਪਦੀਆਂ ਹਨ। ਅਸ਼ਟਪਦੀਆਂ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਨੇ ਮੰਗਲਾਚਰਨ ਕੀਤਾ ਹੈ। ਜਿਤਨੇ ਵੀ ਆਸਥਾਵਾਨ ਲੋਕ ਨੇ, ਰੱਬ ਦੀ ਹੋਂਦ ਨੂੰ ਮੰਨਣ ਵਾਲੇ, ਜਦੋਂ ਵੀ ਕੁਝ ਲਿਖਦੇ ਨੇ ਉਹ ਪ੍ਰਾਰੰਭ ਦੇ ਵਿੱਚ ਆਪਣੇ ਇਸ਼ਟ ਦਾ ਮੰਗਲ ਕਰਦੇ ਨੇ। ਬਹੁਤ ਸਾਰੇ ਹਿੰਦੂ ਸਾਹਿਤ ਨੂੰ ਲਿਖਣ ਵਾਲੇ ਸਰਸਵਤੀ ਦਾ ਮੰਗਲ ਕਰਦੇ ਨੇ ਕਵੀ ਜਨ। ਲਿਖਾਰੀਆਂ ਵਿੱਚੋਂ ਵੱਡਾ ਲਿਖਾਰੀ ਗਣੇਸ਼ ਜੀ ਨੂੰ ਮੰਨਿਆ ਗਿਆ ਤੇ ਕੁਝ ਗਣੇਸ਼ ਜੀ ਦਾ ਮੰਗਲ ਕਰਦੇ ਨੇ। ਉਹ ਆਪਣੇ ਆਪਣੇ ਇਸ਼ਟ ਦੇਵਾਂ ਦਾ ਮੰਗਲ ਕੀਤਾ ਜਾਂਦਾ ਹੈ ਬਹੁਤ ਸਾਰੇ ਵਿਦਵਾਨਾਂ ਵੱਲੋਂ ਜਦੋਂ ਵੀ ਉਹ ਕੁਝ ਲਿਖਦੇ ਨੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਇਸ਼ਟ ਅਕਾਲ ਪੁਰਖ ਜੀ ਨੇ, ਪਾਰ ਬ੍ਰਹਮ ਪਰਮੇਸ਼ਵਰ ਜੀ ਨੇ। ਇਸ ਕਰਕੇ ਗੁਰਦੇਵ ਨੇ ਕਿਸੇ ਇੱਕ ਵੱਖਰੀ ਸ਼ਕਤੀ ਦੀ ਉਸਤਤ ਨਹੀਂ ਕੀਤੀ, ਇੱਕ ਵੱਖਰੀ ਹੋਂਦ ਦਾ ਮੰਗਲ ਨਹੀਂ ਕੀਤਾ। ਗੁਰਦੇਵ ਨੇ ਉਸ ਪਰਮੇਸ਼ਵਰ ਦਾ ਮੰਗਲ ਕੀਤਾ ਜੋ ਸਾਰਿਆਂ ਵਿੱਚ ਵਿਆਪਕ ਔਰ ਸਾਰਿਆਂ ਵਿੱਚ ਵਸਦਾ ਹੈ, ਜੋ ਸਾਰੀਆਂ ਸ਼ਕਤੀਆਂ ਵਿੱਚ ਨਿਵਾਸ ਰੱਖਦਾ ਹੈ। ਵਿਆਪਕ ਦਾਇਰਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸੰਸਾਰ ਦੇ ਲੋਕਾਂ ਨੂੰ। ਗੁਰਦੇਵ ਨੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੇ ਸਵਰੂਪ ਨੂੰ ਜਦੋਂ ਓੰਕਾਰ ਕਹਿ ਕੇ ਆਰਾਧਿਆ ਤਾਂ ਉਸ ਦਾ ਵਿਆਪਕ ਰੂਪ ਸਤਿਗੁਰਾਂ ਨੇ ਵਰਣਨ ਕੀਤਾ ਜੋ ਸਰਬ ਦਾ ਸਰਬ ਥਾਵਾਂ ਤੇ ਸਰਬ ਜਗ੍ਹਾਵਾਂ ਤੇ ਵਸਦਾ ਹੈ। ਇਹ ਸਤਿਗੁਰਾਂ ਦਾ ਐਡਾ ਵੱਡਾ ਕਲਾਵਾ ਹੈ ਇੱਕ ਓੰਕਾਰ ਕਹਿਣਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਇਸ ਵੱਡੇ ਕਲਾਵੇ ਵਿੱਚ ਸੰਸਾਰ ਦੇ ਹਰ ਮਜ਼ਹਬ ਨੂੰ, ਹਰ ਵਰਗ ਨੂੰ, ਹਰ ਪ੍ਰਾਣੀ ਨੂੰ, ਸੰਸਾਰ ਦੇ ਹਰ ਖਿੱਤੇ ਨੂੰ ਆਪਣੇ ਕਲਾਵੇ ਵਿੱਚ ਸਤਿਗੁਰੂ ਜੀ ਲੈ ਲੈਂਦੇ ਹਨ। ਇਹ ਸਤਿਗੁਰਾਂ ਦਾ ਕਲਾਵਾ ਇੰਨਾ ਵਿਸ਼ਾਲ ਹੈ। ਤੋ ਉਸ ਸਰਬ ਦਾ ਵਿਆਪਕ ਔਰ ਸਾਰਿਆਂ ਵਿੱਚ ਪ੍ਰਕਾਸ਼ ਕਰਨ ਵਾਲੇ ਪਰਮੇਸ਼ਰ ਦਾ ਮੰਗਲ ਕਰਦੇ ਨੇ ਸਤਿਗੁਰੂ ਜੀ। ਹੁਣ ਗਣੇਸ਼ ਜੀ ਦਾ ਮੰਗਲ ਕਰਨ ਵਾਲੇ ਕੇਵਲ ਗਣੇਸ਼ ਜੀ ਨੂੰ ਉਹੀ ਮੰਨਦੇ ਨੇ, ਸਾਰਾ ਸੰਸਾਰ ਤਾਂ ਨਹੀਂ ਨਾ ਮੰਨਦਾ। ਜਾਂ ਹੋਰ ਕੁਝ ਜਿਹੜੇ ਉਹਨਾਂ ਦੇ ਆਪੋ ਆਪਣੇ ਇਸ਼ਟ ਦੇਵ ਨੇ ਉਹਨਾਂ ਦਾ ਮੰਗਲ ਕਰਦੇ ਨੇ, ਉਹਨਾਂ ਨੂੰ ਕੇਵਲ ਉਹੀ ਮੰਨਦੇ ਨੇ, ਸਾਰਾ ਸੰਸਾਰ ਨਹੀਂ ਪੂਜਦਾ। ਪਰ ਗੁਰਦੇਵ ਜਿਸ ਆਪਣੇ ਇਸ਼ਟ ਦਾ ਮੰਗਲ ਕਰਦੇ ਨੇ ਉਹ ਸਾਰਿਆਂ ਵਿੱਚ ਵਿਆਪਕ ਔਰ ਸਾਰਿਆਂ ਦਾ ਪੂਜਨੀਏ ਹੈ, ਸਭ ਦਾ ਪੂਜਨੀਏ। ਇਸ ਕਰਕੇ ਉਸ ਵਾਹਿਗੁਰੂ ਦਾ ਮੰਗਲ ਕਰਦਿਆਂ ਕਹਿੰਦੇ ਨੇ ਇੱਕ। ਇੱਕ ਦਾ ਮਤਲਬ ਹੁੰਦਾ ਅਦੁੱਤੀ। ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਜੋ ਸਜਾਤੀ ਵਿਜਾਤੀ ਸਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਓੰਕਾਰ। ਓੰਕਾਰ ਦਾ ਮਤਲਬ ਹੈ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਵੀ ਹੈ। ਸਾਰਿਆਂ ਵਿੱਚ ਵਿਆਪਕ ਔਰ ਸਭ ਦਾ ਪ੍ਰਕਾਸ਼ਕ ਹੈ। ਸਪਸ਼ਟ ਕਰਦਿਆਂ ਕਹਿੰਦੇ ਨੇ ਕਿਵੇਂ ਮਿਲਦਾ ਹੈ ਤਾਂ ਗੁਰਦੇਵ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਜਿਹੜਾ ਗੁਰੂ ਤੁਹਾਨੂੰ ਸਤ ਦਾ ਉਪਦੇਸ਼ ਦੇਵੇ, ਸਤ ਗੁਰ ਏਦਾਂ ਵੀ ਅਰਥ ਕੀਤਾ, ਜਿਹੜਾ ਗੁਰੂ ਤੁਹਾਨੂੰ ਸਤ ਦਾ ਉਪਦੇਸ਼ ਦੇਵੇ ਉਹਦੇ ਪ੍ਰਸਾਦ ਨਾਲ, ਉਹਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ। ਕਿਉਂਕਿ ਸੰਸਾਰ ਦੇ ਵਿੱਚ ਐਸੇ ਦੰਭੀ ਗੁਰੂ ਵੀ ਨੇ ਜਿਹੜੇ ਉਪਦੇਸ਼ ਭਾਵੇਂ ਜ਼ੁਬਾਨ ਤੋਂ ਸਤ ਦਾ ਦੇ ਰਹੇ ਹੋਣ ਪਰ ਉਹਨਾਂ ਦੇ ਆਪਣੇ ਹਿਰਦੇ 'ਚ ਸਤ ਨਹੀਂ ਹੁੰਦਾ। ਉਹ ਪਖੰਡ ਦਾ ਉਪਦੇਸ਼ ਦਿੰਦੇ ਨੇ, ਵਿਖਾਵੇ ਦਾ ਉਪਦੇਸ਼ ਦਿੰਦੇ ਨੇ। ਇਸ ਕਰਕੇ ਗੁਰਦੇਵ ਸੁਚੇਤ ਕਰਦੇ ਨੇ, ਸਾਵਧਾਨ ਕਰਦੇ ਨੇ। ਸਤਿਗੁਰੂ ਦੇ ਮਤਲਬ ਹੈ ਵੀ ਜਿਸ ਦੇ ਆਪਣੇ ਹਿਰਦੇ 'ਚ ਸਤ ਹੈ ਔਰ ਜੋ ਸਤ ਦਾ ਉਪਦੇਸ਼ ਦਿੰਦਾ, ਐਸੇ ਗੁਰੂ ਦੇ ਪ੍ਰਸਾਦ ਦੁਆਰਾ, ਐਸੇ ਗੁਰੂ ਦੀ ਕਿਰਪਾ ਦੁਆਰਾ ਤਿਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਇਹ ਮੰਗਲਾਚਰਣ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਗੁਰ ਸਾਗਰ ਰਤਨੀ ਭਰ ਪੂਰੇ। ਗੁਰੂ ਸਮੁੰਦਰ ਹੈ, ਸਮੁੰਦਰ ਨਾਲ ਤਜਵੀਜ਼ ਦਿੱਤੀ ਹੈ। ਹਾਲਾਂਕਿ ਸਮੁੰਦਰ ਦਾ ਵੀ ਕੋਈ ਨਾ ਕੋਈ ਠੌ ਟਿਕਾਣਾ ਪਾ ਹੀ ਲੈਂਦਾ ਵੀ ਕਿੰਨੀ ਕੁ ਥਾਂ ਤੇ ਡੂੰਘਾ, ਕਿੰਨੀ ਕੁ ਜਗ੍ਹਾ ਤੇ। ਪਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਇੱਕ ਐਸਾ ਸਾਗਰ ਹੈ ਜਿਸ ਦਾ ਕੋਈ ਵੀ ਥੋ ਟਿਕਾਣਾ ਨਹੀਂ। ਯਾਨੀ ਕਿ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਡੇ ਗੁਰੂ ਜੀ ਐਸੇ ਗੁਰ ਸਾਗਰ। ਜੇ ਕਿਸੇ ਨੇ ਅੰਤ ਪਾਣਾ ਚਾਹਿਆ ਉਹ ਅੰਤ ਨਹੀਂ ਪਾ ਸਕਿਆ, ਕਿਉਂਕਿ ਅੰਤ ਪਾਣ ਦੀ ਬਿਰਤੀ ਰੱਖਣ ਵਾਲੇ ਹਮੇਸ਼ਾ ਹਉਮੈ ਦੇ ਨਾਲ ਅੰਤ ਪਾਣਾ ਚਾਹੁੰਦੇ ਨੇ, ਆਪਣੇ ਹੰਕਾਰ ਨਾਲ ਅੰਤ ਪਾਉਣਾ ਚਾਹੁੰਦੇ ਨੇ। ਹੰਕਾਰੀ ਬੰਦਾ ਹੀ ਕਹਿੰਦਾ ਨਾ ਵੀ ਮੈਂ ਵੇਖਦਾ ਕਿੰਨਾ ਕੁ, ਮੈਂ ਵੇਖਦਾ ਫਲਾਣਾ ਕਿੰਨੇ ਕੁ ਪਾਣੀ ਵਿੱਚ ਹੈ। ਇਸ ਕਰਕੇ ਜਿਨ੍ਹਾਂ ਨੇ ਵੀ ਗੁਰੂ ਪਰਮੇਸ਼ਰ ਦਾ ਅੰਤ ਪਾਉਣ ਦਾ ਯਤਨ ਕੀਤਾ ਉਹ ਸਭ ਹੰਕਾਰੀ ਸੀ। ਔਰ ਜਦੋਂ ਹੰਕਾਰ ਹੋਵੇ ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਉਸ ਨੇ ਵੱਡਿਆਂ ਵੱਡਿਆਂ ਹੰਕਾਰੀਆਂ ਦੇ ਹੰਕਾਰ ਨੂੰ ਚਕਨਾਚੂਰ ਕਰ ਦਿੱਤਾ, ਤੋੜ ਦਿੱਤਾ। ਤੋ ਗੁਰੂ ਸਮੁੰਦਰ ਹੈ, ਗੁਰੂ ਸਾਗਰ ਹੈ, ਐਸਾ ਸਾਗਰ ਜਿਹੜਾ ਰਤਨਾਂ ਨਾਲ ਭਰਿਆ ਹੋਇਆ। ਰਤਨੀ ਭਰਪੂਰੇ, ਜਿਸ ਵਿੱਚ ਰਤਨ ਭਰੇ ਹੋਏ ਨੇ। ਔਰ ਰਤਨ ਵੀ ਕੈਸੇ? ਸਤ, ਸੰਤੋਖ, ਦਇਆ, ਖਿਮਾ। ਜਿਤਨੇ ਸ਼ੁਭ ਗੁਣ ਨੇ ਇਹ ਸਭ ਰਤਨ ਹਨ। ਸ਼ੁਭ ਰਤਨਾਂ ਦੇ ਨਾਲ ਗੁਰੂ ਰੂਪੀ ਸਾਗਰ ਭਰਿਆ ਹੋਇਆ। ਗੁਰੂ ਵਿੱਚ ਸਬਰ ਵੀ ਹੈ, ਗੁਰੂ 'ਚ ਸੰਤੋਖ ਵੀ ਹੈ, ਗੁਰੂ 'ਚ ਦਇਆ ਵੀ ਹੈ, ਗੁਰੂ 'ਚ ਖਿਮਾ ਵੀ ਹੈ, ਗੁਰੂ ਵਿੱਚ ਉਪਰਾਮਤਾ ਵੀ ਹੈ, ਗੁਰੂ ਵਿੱਚ ਵੈਰਾਗ ਵੀ ਹੈ, ਗੁਰੂ ਪਰਉਪਕਾਰੀ ਵੀ ਹੈ। ਐਸੇ ਬੇਅੰਤ ਗੁਣਾ ਰੂਪੀ ਰਤਨਾਂ ਨਾਲ ਗੁਰੂ ਰੂਪੀ ਸਮੁੰਦਰ ਲਬਾ ਲਬ ਭਰਿਆ ਹੋਇਆ। ਹਾਂਜੀ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਜਿਹੜੇ ਗੁਰਸਿੱਖ ਸੰਤ ਨੇ ਉਹ ਆਪਣੇ ਗੁਰੂ ਰੂਪੀ ਸਾਗਰ ਵਿੱਚੋਂ ਇਹਨਾਂ ਅੰਮ੍ਰਿਤ ਰੂਪੀ ਸ਼ੁਭ ਗੁਣਾਂ ਨੂੰ ਚੁਗਦੇ ਨੇ ਔਰ ਆਪਣੇ ਗੁਰੂ ਰੂਪੀ ਸਾਗਰ ਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦੇ। ਬੜੇ ਪਿਆਰੇ ਬਚਨ ਗੁਰੂ ਬਾਬਾ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ, ਕਿ ਜਿਹੜੇ ਗੁਰਸਿੱਖ ਸੰਤ ਹਨ ਉਹ ਆਪਣੇ ਗੁਰੂ ਰੂਪੀ ਸਮੁੰਦਰ ਵਿੱਚੋਂ ਸ਼ੁਭ ਗੁਣਾ ਰੂਪੀ ਅੰਮ੍ਰਿਤ ਸਮਾਨ ਗੁਣਾਂ ਨੂੰ ਚੁਗਦੇ ਨੇ, ਰਤਨਾਂ ਨੂੰ ਚੁਗਦੇ ਨੇ ਜੋ ਅੰਮ੍ਰਿਤ ਦੇ ਸਮਾਨ। ਔਰ ਉਹ ਸਿੱਖ ਕਦੇ ਵੀ ਆਪਣੇ ਗੁਰੂ ਰੂਪੀ ਸਾਗਰ ਤੋਂ ਦੂਰ ਨਹੀਂ ਜਾਂਦੇ। ਆਪਣੇ ਗੁਰੂ ਰੂਪੀ ਸਾਗਰ ਤੋਂ ਦੂਰ ਨਹੀਂ ਜਾਂਦੇ। ਹਰ ਵੇਲੇ ਆਪਣੇ ਗੁਰੂ ਦੇ ਨਜ਼ਦੀਕ ਰਹਿੰਦੇ ਨੇ। ਆਪਣੇ ਗੁਰਸਿੱਖ ਯਤਨ ਕਰਦੇ ਨੇ ਆਪਣਾ ਮਕਾਨ ਵੀ ਉਸ ਨਗਰ ਵਿੱਚ, ਉਸ ਥਾਂ ਤੇ ਬਣਾਉਣਾ ਚਾਹੁੰਦੇ ਨੇ ਜਿੱਥੇ ਸਤਿਗੁਰਾਂ ਦਾ ਘਰ ਨੇੜੇ ਹੋਵੇ, ਗੁਰੂ ਘਰ ਨੇੜੇ ਹੋਵੇ। ਉਹਨੂੰ ਪਹਿਲ ਦਿੰਦੇ ਆ ਗੁਰਸਿੱਖ। ਅਗਰ ਕਿਸੇ ਐਸੀ ਜਗ੍ਹਾ ਤੇ ਵੀ ਜਾ ਕੇ ਵਸਣ ਜਿੱਥੇ ਗੁਰੂ ਘਰ ਨਾ ਹੋਵੇ ਤਾਂ ਉੱਥੇ ਵੀ ਸਭ ਤੋਂ ਪਹਿਲਾਂ ਉਹਨਾਂ ਗੁਰਸਿੱਖਾਂ ਦਾ ਯਤਨ ਹੁੰਦਾ, ਪਹਿਲਾਂ ਗੁਰੂ ਸਾਹਿਬ ਦਾ ਘਰ ਬਣੇ, ਸਤਿਗੁਰਾਂ ਦਾ ਦਰਬਾਰ ਬਣੇ। ਕਿਉਂਕਿ ਸਿੱਖ ਆਪਣੇ ਗੁਰੂ ਤੋਂ ਦੂਰ ਨਹੀਂ ਰਹਿ ਸਕਦਾ। ਉਹ ਮੰਦ ਕਰਮੀਏ ਨੇ ਜਿਨ੍ਹਾਂ ਦੇ ਘਰ ਦੀ ਕੰਧ ਵੀ ਗੁਰੂ ਘਰ ਨਾਲ ਲੱਗਦੀ ਹੋਵੇ ਤੇ ਉਹ ਨਾ ਆ ਸਕਣ ਗੁਰੂ ਕੇ ਦਰਸ਼ਨਾਂ ਨੂੰ, ਉਹ ਮੰਦ ਕਰਮੀਏ ਨੇ। ਇਹ ਤਾਂ ਗੁਰਸਿੱਖ ਨੂੰ ਤਾਂ ਜੇ ਸਮੁੰਦਰ ਚੀਰ ਕੇ ਵੀ ਲੰਘ ਕੇ ਆਉਣਾ ਪਵੇ ਗੁਰੂ ਦੇ ਦਰਸ਼ਨਾਂ ਨੂੰ ਤੇ ਚੱਲ ਕੇ ਆਉਂਦਾ। ਸਮੁੰਦਰ ਚੀਰ ਕੇ ਵੀ ਆਉਣਾ ਪਵੇ ਉਹਨੂੰ, ਉਹ ਵੀ ਦੂਰ ਨਹੀਂ ਜਾਪਦਾ, ਉਹ ਵੀ ਦੂਰ ਪ੍ਰਤੀਤ ਨਹੀਂ ਹੁੰਦਾ। ਤੋ ਗੁਰਸਿੱਖ ਰੂਪੀ ਸੰਤ ਕਦੇ ਆਪਣੇ ਗੁਰੂ ਤੋਂ ਦੂਰ ਨਹੀਂ ਜਾਂਦੇ। ਉਹ ਤਾਂ ਇਹ ਸਮਝਦੇ ਨੇ ਵੀ ਗੁਰੂ ਹਮੇਸ਼ਾ ਹੀ ਸਾਡੇ ਨਾਲ ਹੈ। ਜਿੱਥੇ ਜਾਣ ਉਹ ਇਹੀ ਸਮਝਦੇ ਨੇ, ਇਹੀ ਜਾਣਦੇ ਨੇ
ਕਿ ਗੁਰੂ ਸਾਡੇ ਅੰਗ ਸੰਗ ਹੈ, ਸਦਾ ਹੀ ਸਾਡੇ ਨਾਲ ਹੈ। ਹਾਂਜੀ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਹਰੀ ਦੇ ਨਾਮ ਰਸ ਦੇ ਚੋਗ ਨੂੰ ਗੁਰਮੁਖ ਚੁਗਦੇ ਹਨ, ਔਰ ਐਸੇ ਰਸ ਨੂੰ ਚੋਗ ਨੂੰ ਚੁਗਦਿਆਂ ਉਹ ਪ੍ਰਭੂ ਨੂੰ ਪਾਉਂਦੇ ਨੇ, ਪਰਮੇਸ਼ਰ ਨੂੰ ਪਾਉਂਦੇ ਹਨ। ਸਰਬਰ ਮਹਿ ਹੰਸ ਪ੍ਰਾਨ ਪਤ ਪਾਵੈ। ਸਾਧ ਸੰਗਤ ਰੂਪੀ ਸਰੋਵਰ ਵਿੱਚੋਂ ਗੁਰਸਿੱਖ ਰੂਪੀ ਹੰਸ ਆਪਣੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ। ਜਿਵੇਂ ਮਾਨ ਸਰੋਵਰ ਵਿੱਚੋਂ ਹੰਸਾਂ ਨੂੰ ਮੋਤੀ ਖਾਣ ਨੂੰ ਮਿਲਦੇ ਨੇ, ਤੈਸੇ ਗੁਰੂ ਰੂਪੀ ਮਾਨ ਸਰੋਵਰ ਵਿੱਚੋਂ ਜਾਂ ਸਾਧ ਸੰਗਤ ਰੂਪੀ ਮਾਨ ਸਰੋਵਰ ਵਿੱਚੋਂ ਗੁਰਸਿੱਖਾਂ ਨੂੰ ਆਪਣੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕਿਆ ਬਗ ਬਪੋੜਾ ਛਪੜੀ ਨਾਏ। ਦੂਜੇ ਪਾਸੇ ਮਨਮੁਖ ਬਗਲੇ ਦੇ ਸਮਾਨ ਨੇ, ਕਿਉਂਕਿ ਬਗਲਾ ਬਾਹਰੋਂ ਚਿੱਟਾ, ਨੇਤਰ ਬੰਦ ਕਰਕੇ ਛੱਪੜੀ ਕੰਢੇ ਬੈਠਾ ਹੁੰਦਾ, ਵੇਖਣ ਵਾਲੇ ਨੂੰ ਇਹੀ ਪ੍ਰਤੀਤ ਹੁੰਦਾ ਸਮਾਧੀ ਲਾਈ ਬੈਠਾ। ਏਦਾਂ ਜਿਹੜੇ ਬਗਲੇ ਦੇ ਸਮਾਨ ਮਨਮੁਖ ਪਖੰਡੀ ਨੇ, ਉਹਨਾਂ ਦੀ ਸੰਗਤ ਇਸ ਤਰ੍ਹਾਂ ਹੈ ਜਿਵੇਂ ਛੱਪੜੀ ਚ ਨਹਾਉਣਾ। ਮਨਮੁਖਾਂ ਦੀ ਜਿਹੜੀ ਸੰਗਤ ਹੈ ਨਾ, ਜਿਹੜੇ ਬਗਲੇ ਦੇ ਸਮਾਨ ਨੇ, ਉਹਨਾਂ ਦੀ ਸੰਗਤ ਛੱਪੜੀ ਚ ਨਹਾਉਣ ਦੇ ਸਮਾਨ। ਤੇ ਛੱਪੜੀ ਵੀ ਉਹ ਜਿਹਦੇ ਚ ਕੱਲਾ ਚਿੱਕੜ ਹੀ ਚਿੱਕੜ ਆ, ਪਾਣੀ ਕੋਈ ਨਹੀਂ। ਚਿੱਕੜ ਨਾਲ ਭਰੀ ਹੋਈ ਛੱਪੜੀ ਦੇ ਸਮਾਨ ਨੇ ਮਨਮੁਖ ਬਗਲੇ ਦੇ ਸਮਾਨ, ਜਿਹੜੀ ਬਿਰਤੀ ਰੱਖਣ ਵਾਲੇ ਨੇ। ਇਸ ਕਰਕੇ ਉਹਨਾਂ ਦੀ ਸੰਗਤ ਇਸ ਤਰ੍ਹਾਂ ਹੈ ਮਾਨੋ ਜਿਵੇਂ ਛੱਪੜੀ ਚ ਨਹਾਤੇ ਹੋ। ਹਾਂਜੀ। ਕੀਚੜ ਡੂਬੈ ਮੈਲ ਨਾ ਜਾਏ। ਹੁਣ ਛੱਪੜੀ ਚ ਨਹਾ ਕੇ ਕੇਵਲ ਚਿੱਕੜ ਹੀ ਚਿੱਕੜ ਲੱਗਦਾ ਤਨ ਤੇ, ਮੈਲ ਨਹੀਂ ਜਾਂਦੀ, ਸਗੋਂ ਹੋਰ ਮੈਲ ਲੱਗ ਜਾਂਦੀ ਹੈ। ਮਨਮੁਖ ਭੱਦੇ ਤੇ ਦੁਰਜਨ ਲੋਕਾਂ ਦੀ ਸੰਗਤ ਕੀਤਿਆਂ ਜਿਹੜੀ ਸਾਡੀ ਪਹਿਲਾਂ ਸਾਡੇ ਅੰਤਸ਼ਕਰਨ ਨੂੰ ਮੈਲ ਲੱਗੀ ਹੈ, ਉਹ ਤਾਂ ਕੀ ਜਾਣੀਆਂ, ਸਗੋਂ ਉਹਨਾਂ ਦੀ ਸੰਗਤ ਕੀਤਿਆਂ ਹੋਰ ਮੈਲ ਚੜ ਜਾਂਦੀ ਹੈ, ਪਾਪ ਕਰਮਾਂ ਦੀ ਹੋਰ ਚਿੱਕੜ ਲੱਗ ਜਾਂਦਾ, ਹੋਰ ਭੈੜੀਆਂ ਆਦਤਾਂ ਉਹਨਾਂ ਮਨਮੁਖਾਂ ਵਾਲੀਆਂ ਆ ਜਾਂਦੀਆਂ ਨੇ। ਉਹਨਾਂ ਸਾਖਤਾਂ ਜੈਸੀਆਂ ਬਿਰਤੀਆਂ ਸੁੱਤੇ ਸਿੱਧ ਅੰਦਰ ਫੁਰਨ ਲੱਗ ਪੈਂਦੀਆਂ ਨੇ। ਇਤਨਾ ਮਾੜਾ ਪ੍ਰਭਾਵ, ਦੁਸ਼ਟ ਪ੍ਰਭਾਵ ਹੁੰਦਾ ਦੁਸ਼ਟ ਲੋਕਾਂ ਦੀ ਸੰਗਤ ਦਾ। ਤੁਸੀਂ ਕੁਝ ਵੀ ਨਾ ਕਰੋ, ਕੁਝ ਵੀ ਨਾ ਕਹੋ, ਉਹਨਾਂ ਨਾਲ ਕੁਝ ਵੀ ਨਾ ਬੋਲੋ। ਕਿਸੇ ਮਨਮੁਖ ਸਾਖਤ ਬੰਦੇ ਕੋਲ ਤੁਸੀਂ ਕੁਝ ਸਮੇਂ ਲਈ ਬੈਠ ਜਾਓ, ਉਹਦੇ ਨਾਲ ਗੱਲ ਵੀ ਨਾ ਕਰੋ, ਬੋਲੋ ਵੀ ਨਾ, ਸਾਧਕ ਮਹਿਸੂਸ ਕਰਨਗੇ ਉਹਦੇ ਸਰੀਰ ਚੋਂ ਉੱਠ ਰਹੀਆਂ ਭੈੜੀਆਂ ਹਵਾਵਾਂ, ਉੱਠ ਰਹੀਆਂ ਭੈੜੀਆਂ ਤਰੰਗਾਂ ਤੁਹਾਡੇ ਮਨ ਤੇ ਆਪਣਾ ਅਸਰ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ। ਕੁਝ ਵੀ ਨਾ ਬੋਲੋ, ਕੁਝ ਵੀ ਨਾ ਕਹੋ ਉਹਦੇ ਨਾਲ, ਚਾਹੇ ਤੁਹਾਡੀ ਉਹਦੇ ਨਾਲ ਕੋਈ ਵਾਕਫੀਅਤ ਨਹੀਂ, ਪਰ ਉਸ ਦੁਸ਼ਟ ਬੰਦੇ ਦਾ ਪ੍ਰਭਾਵ ਇਤਨਾ ਭਿਆਨਕ ਹੁੰਦਾ ਹੈ ਕਿ ਸਾਧਕ ਅਗਰ ਜੇ ਕੁਝ ਸਮੇਂ ਲਈ ਉਹਦੇ ਕੋਲ ਬੈਠ ਵੀ ਜਾਏ ਤਾਂ ਉਹਦੇ ਜੈਸੀਆਂ ਬਿਰਤੀਆਂ, ਉਹਦੇ ਜੈਸੇ ਖਿਆਲਾਤ ਮਨ ਚ ਆਉਣ ਲੱਗ ਪੈਂਦੇ ਨੇ। ਤੇ ਜਦੋਂ ਉਹਨਾਂ ਨਾਲ ਬੈਠੋਗੇ, ਉਹਨਾਂ ਨਾਲ ਗੱਲਬਾਤ ਕਰੋਗੇ, ਉਹਨਾਂ ਨਾਲ ਤੁਹਾਡਾ ਵਰਤਨ ਭਾਜੀ ਹੋਵੇਗਾ, ਤੇ ਫਿਰ ਕੀ ਹੋਵੇਗਾ? ਫਿਰ ਤਾਂ ਵਾਕਈ ਮੈਲ ਚੜੇਗੀ। ਕੁਸੰਗੀਆਂ ਨਾਲ ਬੈਠਣ ਕਰਕੇ ਹੀ ਪਾਤਸ਼ਾਹ ਕਹਿੰਦੇ ਧਰਮ ਰਾਜਾ ਪੁੱਛ ਗਿੱਛ ਕਰਦਾ ਹੈ। ਚਾਰ ਚੋਰ ਤੁਸੀਂ ਨਹੀਂ ਜਾਣਦੇ ਉਹਨਾਂ ਨੂੰ, ਸੁਭਾਵਕ ਜੇ ਉਹਨਾਂ ਕੋਲ ਬੈਠੇ ਹੋ, ਪੁਲਿਸ ਆ ਕੇ ਪਕੜੇ ਉਹਨਾਂ ਚਾਰਾਂ ਨੂੰ, ਤੁਹਾਨੂੰ ਪਤਾ ਵੀ ਨਹੀਂ ਉਹਦੇ ਬਾਰੇ, ਤਾਂ ਵੀ ਉਹਨਾਂ ਨੇ ਫੜ ਕੇ ਲੈ ਜਾਣਾ, ਕਿਉਂਕਿ ਨਾਲ ਬੈਠਾ। ਉਹ ਪੁੱਛਣਗੇ ਜ਼ਰੂਰ, ਹਾਂ ਬਈ ਤੂੰ ਇਹਨਾਂ ਦੇ ਕੋਲ ਕਿਵੇਂ ਬੈਠਾ, ਤੇਰੀ ਇਹਨਾਂ ਨਾਲ ਕੀ ਸਾਂਝੀਦਾਰੀ ਹੈ, ਤੂੰ ਵੀ ਇਹਨਾਂ ਨਾਲ ਰਲਿਆ ਹੋਇਆ। ਸੰਗ ਕੁਸੰਗੀ ਬੈਸ ਤੇ, ਕੁਸੰਗੀਆਂ ਦੇ ਨਾਲ ਤਾਂ ਬੈਠਣਾ ਵੀ ਦੁਖਦਾਈ ਹੁੰਦਾ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਮਨਮੁਖ ਇਹੋ ਜਿਹੀ ਛਪੜੀ ਦੇ ਸਮਾਨ ਨੇ, ਗੰਦਗੀ ਦੀ ਛਪੜੀ ਦੇ ਸਮਾਨ ਨੇ,
ਜਿਨ੍ਹਾਂ ਦੇ ਕੋਲ ਜਾ ਕੇ ਕੇਵਲ ਚਿੱਕੜ 'ਚ ਡੁੱਬਿਆ ਜਾ ਸਕਦਾ, ਭੈੜੇ ਕਰਮਾਂ ਦੇ, ਮੈਲ ਨਹੀਂ ਜਾਏਗੀ। ਰਹਾਉ ਰਖ ਰਖ ਚਰਨ ਤਾਰੇ ਵਿਚਾਰੇ। ਜਿਹੜੇ ਵਿਚਾਰਵਾਨ ਪੁਰਸ਼ ਨੇ ਗੁਰਸਿੱਖ, ਉਹ ਆਪਣੀ ਜ਼ਿੰਦਗੀ ਦਾ ਹਰ ਕਦਮ ਵਿਚਾਰ ਕਰਕੇ ਰੱਖਦੇ ਨੇ। ਉਹ ਵੇਖਦੇ ਨੇ ਕਿ ਮੇਰਾ ਪੁੱਟਿਆ ਹੋਇਆ ਕੋਈ ਕਦਮ ਐਸਾ ਨਾ ਹੋਵੇ ਜਿਹੜਾ ਮੈਨੂੰ ਮੇਰੇ ਗੁਰੂ ਤੋਂ ਦੂਰ ਕਰਦਾ ਹੈ। ਵਿਚਾਰਵਾਨ ਪੁਰਸ਼ ਹਮੇਸ਼ਾ ਆਪਣਾ ਹਰ ਕਦਮ ਵੇਖ ਕੇ ਧਰਦਾ ਹੈ। ਉਹ ਵੇਖਦਾ ਹੈ ਕਿ ਮੇਰੇ ਪੈਰ ਥੱਲੇ ਕੋਈ ਜੀਵ ਮਰ ਨਾ ਜਾਵੇ। ਯਾਨੀ ਕਿ ਉਹ ਬਿਰਤੀ ਨਹੀਂ ਜਿਹੜੀ ਜੈਨ ਵੀਰਾਂ ਦੀ ਹੁੰਦੀ ਹੈ ਕਿ ਜੇ ਮੈਂ ਆਪਣਾ ਕਦਮ ਪੁੱਟਿਆ ਤੇ ਮੇਰੇ ਇਸ ਪੁੱਟੇ ਹੋਏ ਕਦਮ ਨਾਲ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਧਰਮੀ ਪੁਰਸ਼ ਦੀ ਇਹ ਬਿਰਤੀ ਹੁੰਦੀ ਹੈ। ਤੇ ਧਰਮੀ ਪੁਰਸ਼ ਤਾਂ ਇੱਥੋਂ ਤੱਕ ਪ੍ਰਬਲ ਹੋ ਜਾਂਦਾ ਹੈ ਕਿ ਜੇ ਕੋਈ ਦੂਸਰਾ ਜਰਵਾਣਾ ਆਪਣਾ ਕਦਮ ਪੁੱਟ ਕੇ ਵੱਧਦਾ ਹੈ, ਜਿਸ ਦੇ ਪੈਰ ਥੱਲੇ ਅਨੇਕਾਂ ਗਰੀਬ ਮਜ਼ਲੂਮ ਕੁਚਲੇ ਜਾਂਦੇ ਨੇ, ਮਾਰੇ ਜਾਂਦੇ ਨੇ, ਤਾਂ ਧਰਮੀ ਪੁਰਸ਼ ਜਿੱਥੇ ਆਪ ਆਪਣਾ ਕਦਮ ਨਹੀਂ ਭੈੜੇ ਰਾਹ ਤੇ ਚੁੱਕਦਾ, ਉੱਥੇ ਜੇ ਕੋਈ ਦੂਸਰਾ ਚੁੱਕ ਕੇ ਆਉਂਦਾ ਤਾਂ ਉਸ ਨੂੰ ਵੀ ਰੋਕਦਾ ਹੈ। ਰੋਕ ਕੇ ਪਹਿਲਾਂ ਕਹਿੰਦਾ ਵੀ ਸੱਜਣਾ ਠਹਿਰ, ਤੇਰੇ ਇਸ ਪੁੱਟੇ ਹੋਏ ਕਦਮ ਨਾਲ ਹਜ਼ਾਰਾਂ ਨੇ ਉੱਜੜ ਜਾਣਾ, ਹਜ਼ਾਰਾਂ ਨੇ ਤਬਾਹ ਹੋ ਜਾਣਾ, ਹਜ਼ਾਰਾਂ ਨੇ ਕੁਚਲੇ ਜਾਣਾ। ਤੂੰ ਰੁਕ ਜਾ, ਆਪਣਾ ਇਹ ਕਦਮ ਨਾ ਪੁੱਟ, ਨਾ ਵਧਾ। ਅਗਰ ਉਹ ਫਿਰ ਵੀ ਬਾਜ ਨਹੀਂ ਆਉਂਦਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਹੁਣ ਕੋਈ ਨਹੀਂ ਚੱਲਦਾ ਹੀਲਾ, ਤਾਂ ਫਿਰ ਤਲਵਾਰ ਚੁੱਕ ਕੇ ਉਸ ਦੇ ਉਸ ਪੁੱਟੇ ਹੋਏ ਪੈਰ ਨੂੰ ਵੱਢ ਦੇਣਾ ਚਾਹੀਦਾ, ਕੱਟ ਦੇਣਾ ਚਾਹੀਦਾ, ਜਿਹੜਾ ਕਿਸੇ ਤੇ ਆ ਕੇ ਆਪਣਾ ਜ਼ੁਲਮ ਹੀ ਨਾ ਕਰ ਸਕੇ। ਗੁਰਦੇਵ ਫਿਰ ਉਹ ਪਾਵਨ ਬਚਨ ਉਚਾਰਦੇ ਨੇ, ਚੁਕਾਰ ਅਜ ਹਮੈ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਤੋ ਗੁਰਮੁਖ ਜਿੱਥੇ ਆਪ ਆਪਣਾ ਕਦਮ ਫੂਕ ਫੂਕ ਕੇ ਧਰਦਾ, ਵਿਚਾਰਵਾਨ ਹੋ ਕੇ ਚੱਲਦਾ, ਉੱਥੇ ਜੇ ਕੋਈ ਦੂਸਰਾ ਜਰਵਾਣਾ ਭੈੜੇ ਤਰੀਕੇ ਨਾਲ ਚੱਲ ਕੇ ਆਉਂਦਾ ਤਾਂ ਉਸ ਨੂੰ ਵੀ ਵਰਜਦਾ, ਰੋਕਦਾ। ਹਾਂਜੀ। ਦੁਬਦਾ ਛੋੜ ਪਏ ਨਿਰੰਕਾਰੀ। ਰੱਬ ਦੇ ਪਿਆਰੇ ਦੁਬਦਾ ਨੂੰ ਛੱਡ ਕੇ ਨਿਰੰਕਾਰ ਦਾ ਰੂਪ ਹੋ ਗਏ ਨੇ। ਦੁਬਦਾ ਛੋੜ ਪਏ ਨਿਰੰਕਾਰੀ। ਜਦੋਂ ਦੁਬਦਾ ਹੀ ਨਾ ਰਹੀ ਤੇ ਫਿਰ ਤਾਂ ਨਿਰੰਕਾਰ ਹੀ ਹੋ ਗਏ ਨਾ। ਇਹ ਦੁਬਦਾ ਹੀ ਸਾਨੂੰ ਜੀਵ ਬਣਾਈ ਬੈਠੀ ਆ ਵੀ ਮੈਂ ਫਲਾਣਾ ਸਿਓ, ਮੈਂ ਅਮਕਾ ਸਿਓ, ਮੈਂ ਫਲਾਣੇ ਪਿੰਡ ਦਾ ਰਹਿਣ ਵਾਲਾ, ਮੈਂ ਇਹ ਦੁਬਦਾ ਹੀ ਹੈ ਸਾਰੀ। ਇਹ ਦੁਬਦਾ ਕਰਕੇ ਅਸੀਂ ਜੀਵ ਬਣੇ ਹੋਏ ਆ। ਜਿਸ ਦਿਨ ਇਹ ਦੁਬਦਾ ਖਤਮ ਹੋ ਗਈ ਉਸ ਦਿਨ ਤਾਂ ਰੱਬ ਰੂਪ ਹੀ ਹੋ ਗਏ, ਕਿਉਂਕਿ ਰੱਬ 'ਚ ਦੁਬਦਾ ਨਹੀਂ ਹੁੰਦੀ। ਰੱਬ ਤਾਂ ਸਿਰਫ ਰੱਬ ਹੈ। ਪਾਤਸ਼ਾਹ ਕਹਿੰਦੇ ਕੈਸਾ ਅਚਰਜ ਹੈ ਭਾਈ ਵੇਖੋ, ਏਕ ਅਚਰਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਦੁਬਦਾ ਛੱਡ ਕੇ ਭਏ ਨਿਰੰਕਾਰੀ। ਕਹਿੰਦੇ ਅਸੀਂ ਨਿਰੰਕਾਰ ਦਾ ਹੀ ਰੂਪ ਹੋ ਗਏ ਹਾਂ, ਪਰਮੇਸ਼ਵਰ ਦਾ ਹੀ ਰੂਪ ਹੋ ਗਏ ਹਾਂ। ਮੁਕਤ ਪਦਾਰਥ ਹਰ ਰਸ ਚਾਖੇ। ਮੁਕਤੀ ਦਾ ਪਦਾਰਥ ਔਰ ਹਰੀ ਦੇ ਨਾਮ ਰਸ ਦੁਆਰਾ ਜਦੋਂ ਹਰੀ ਦਾ ਨਾਮ ਰਸ ਚਖਿਆ ਤਾਂ ਕਹਿੰਦੇ ਸਾਨੂੰ ਮੁਕਤੀ ਦਾ ਪਦਾਰਥ ਪ੍ਰਾਪਤ ਹੋ ਗਿਆ। ਹਰੀ ਦੇ ਨਾਮ ਰਸ ਨੂੰ ਚਖ ਕੇ ਮੁਕਤ ਪਦਾਰਥ ਉਹ ਪ੍ਰਾਪਤ ਹੋ ਗਿਆ। ਆਵਣ ਜਾਣ ਰਹੇ ਗੁਰ ਰਾਖੇ। ਆਵਾ ਗਾਉਣ ਤੋਂ ਰਹਿਤ ਹੋ ਗਏ, ਸਾਡੇ ਗੁਰੂ ਨੇ ਸਾਨੂੰ ਰੱਖ ਲਿਆ। ਆਵਣ ਜਾਣ ਰਹੇ, ਆਵਾ ਗਾਉਣ ਤੋਂ ਰਹਿਤ ਹੋ ਗਏ, ਗੁਰ ਰਾਖੇ। ਗੁਰੂ ਨੇ ਰੱਖ ਲਿਆ।
ਪਟਨਾ ਸਾਹਿਬ ਜਿੱਥੇ ਪਾਤਸ਼ਾਹ ਪ੍ਰਕਾਸ਼ ਧਾਰਿਆ, ਨਾਲ ਹੀ ਗੁਆਂਢ 'ਚ ਇੱਕ ਮਾਈ ਰਹਿੰਦੀ ਸੀ ਬਜ਼ੁਰਗ। ਇਹ ਪੂਣੀਆਂ ਕੱਤਦੀ, ਚਰਖਾ ਡਾਉਂਦੀ, ਤੇ ਸਾਹਿਬ ਨੇ ਜਾਣਾ, ਇਹਦੇ ਛਾਬੇ 'ਚ ਕੱਤਿਆ ਹੋਇਆ ਸੂਤਰ ਚੁੱਕਣਾ ਤੇ ਖਿਲਾਰ ਦੇਣਾ। ਬਾਲ ਲੀਲਾ ਕਰਦੇ, ਇਹਦੀਆਂ ਪੂਣੀਆਂ ਖੰਡਾ ਦੇਣੀਆਂ, ਛਾਬਾ ਕਿਤੇ, ਪੂਣੀਆਂ ਕਿਤੇ, ਧਾਗਾ ਕਿਤੇ। ਬਿਰਧ ਮਾਈ ਸੀ, ਹੱਥ 'ਚ ਛੜੀ ਲੈਣੀ ਤੇ ਪਿੱਛੇ ਪਿੱਛੇ ਦੌੜਨਾ ਤੇ ਠਹਿਰ ਗੋਬਿੰਦ, ਠਹਿਰ ਜਾ। ਸਤਿਗੁਰਾਂ ਨੇ ਅੱਗੇ ਅੱਗੇ, ਮਾਈ ਨੇ ਪਿੱਛੇ ਪਿੱਛੇ ਇਹਨੂੰ ਚੜਾਉਂਦੇ ਰਹਿਣਾ। ਮਾਈ ਵੀ ਜਾਣ ਬੁੱਝ ਕੇ ਪਿੱਛੇ ਭੱਜਦੀ ਸੀ ਵੀ ਜਿੰਨਾ ਚਿਰ ਇਹਨਾਂ ਦੇ ਨਾਲ ਰਹਾਂਗੀ ਉਹਨਾਂ ਚਿਰ ਰਹਿਣਗੇ। ਉਹ ਵੀ ਦਰਸ਼ਨਾਂ ਦੀ ਕਾਂਖਾਵਾਨ ਸੀ। ਸਮਾਂ ਬੀਤਿਆ, ਮੇਰੇ ਗੁਰਦੇਵ ਜਿਸ ਵੇਲੇ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਆਉਣ ਲੱਗੇ ਪੰਜਾਬ ਨੂੰ, ਤਾਂ ਉਹ ਮਾਈ ਛਾਬੇ 'ਚ ਹੀ ਉਹ ਪੂਣੀਆਂ ਧਰੀਆਂ ਤੇ ਕਲਗੀਧਰ ਦੇ ਸਨਮੁਖ ਆ ਕੇ ਕਹਿੰਦੀ, ਸਾਹਿਬ ਅੱਗੇ ਇਹਨਾਂ ਪੂਣੀਆਂ ਨੂੰ ਖਿਲਾਰਨ ਦੇ ਬਹਾਨੇ ਆ ਜਾਂਦੇ ਸੋ ਤੇ ਮੈਂ ਦਰਸ਼ਨ ਕਰ ਲੈਂਦੀ ਸਾਂ, ਹੁਣ ਮੈਨੂੰ ਦਰਸ਼ਨ ਕਿਵੇਂ ਹੋਣਗੇ? ਪੂਣੀਆਂ ਕੌਣ ਖਿਲਾਰੇਗਾ? ਆਓ ਇੱਕ ਵਾਰੀ ਇਹ ਫਿਰ ਖਿੰਡਾਓ ਤੇ ਮੈਂ ਤੁਹਾਡੇ ਪਿੱਛੇ ਦੌੜਾਂ ਤੇ ਦਰਸ਼ਨ ਕਰਾਂ। ਕਲਗੀਧਰ ਜੀ ਨੇ ਮਾਇਆ ਕੁਝ ਖਜ਼ਾਨਚੀ ਕੋਲੋਂ ਲੈ ਕੇ ਖੀਸੇ 'ਚੋਂ ਕੱਢ ਕੇ ਮਾਈ ਨੂੰ ਦਿੱਤੀ। ਆਖਿਆ, ਲੈ ਮਾਈ, ਹੁਣ ਤੈਨੂੰ ਇਹ ਧਾਗਾ ਕੱਤਣਾ ਹੀ ਨਹੀਂ ਪੈਣਾ। ਜਿੰਨੀ ਚਿਰ ਤੱਕ ਤੇਰੀ ਜ਼ਿੰਦਗੀ ਹੈ, ਸਵਾਸ ਨੇ ਮਾਇਆ ਨਾਲ ਤੇਰਾ ਗੁਜ਼ਾਰਾ ਹੋ ਜਾਣਾ। ਸਾਡੇ ਦਰਸ਼ਨਾਂ ਦਾ ਫਲ ਇਹ ਹੋਵੇਗਾ ਤੈਨੂੰ ਮਾਤਾ, ਇਹ ਤੇਰਾ ਅਖੀਰਲਾ ਜਨਮ ਹੈ। ਹੁਣ ਅੱਗੇ ਤੋਂ ਤੇਰਾ ਜਨਮ ਮਰਨ ਦੋਵੇਂ ਹੀ ਕੱਟੇ ਗਏ ਨੇ। ਇਹ ਦਾਤ ਕੇਵਲ ਗੁਰੂ ਪਾਤਸ਼ਾਹ ਦੇ ਸਕਦੇ ਹਨ। ਆਵਣ ਜਾਣ ਰਹੇ ਗੁਰ ਰਾਖੇ, ਅਸੀਂ ਆਵਾ ਜਾਣ ਤੋਂ, ਆਵਾ ਗਾਉਣ ਤੋਂ ਰਹਿਤ ਹੋ ਗਏ। ਸਾਡੇ ਗੁਰੂ ਨੇ ਸਾਨੂੰ ਰੱਖ ਲਿਆ। ਬਹੁਰ ਹਮ ਕਾਹੇ ਆਵੇਂਗੇ, 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 ਬਹੁਰ ਹਮ ਕਾਹੇ ਆਵੇਂਗੇ। ਸਾਡੇ ਗੁਰੂ ਨੇ ਸਾਨੂੰ ਰੱਖ ਲਿਆ ਆਪਣੇ ਚਰਣਾਂ 'ਚ। ਹੁਣ ਅਸੀਂ ਆਵਾ ਗਾਉਣ ਤੋਂ ਰਹਿਤ ਹੋ ਗਏ ਹਾਂ। ਸਰਵਰ ਹੰਸ ਛੋੜ ਨਾ ਜਾਏ, ਮਾਨ ਸਰੋਵਰ ਰੂਪੀ ਗੁਰੂ ਨੂੰ ਸਿੱਖ ਰੂਪੀ ਹੰਸ ਕਦੇ ਛੱਡ ਕੇ ਨਹੀਂ ਜਾਂਦੇ। ਕਿਉਂਕਿ ਹੰਸਾਂ ਨੂੰ ਪਤਾ ਜਿਹੜੀ ਸਾਡੀ ਖੁਰਾਕ ਹੈ ਉਹ ਮਾਨ ਸਰੋਵਰ 'ਚੋਂ ਮਿਲਣੀ ਹੈ, ਕਿਤੋਂ ਹੋਰ ਮਿਲਦੀ ਹੀ ਨਹੀਂ। ਜੋ ਸਾਨੂੰ ਚਾਹੀਦਾ ਉਹ ਸਾਨੂੰ ਸਾਡੇ ਗੁਰੂ ਕੋਲੋਂ ਮਿਲਣਾ। ਸਾਡੇ ਗੁਰੂ ਬਿਨਾਂ ਸਾਨੂੰ ਕਿਤੋਂ ਹੋਰ ਉਹ ਥਾਂ, ਉਹ ਜਗ੍ਹਾ, ਉਹ ਚੀਜ਼ ਮਿਲਣੀ ਨਹੀਂ। ਤੇ ਫਿਰ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਵੇਂ ਜਾਈਏ? ਹਾਂਜੀ। ਪ੍ਰੇਮ ਭਗਤ ਕਰ ਸਹਿਜ ਸਮਾਏ, ਰੱਬ ਦੇ ਪਿਆਰੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਹੋਏ, ਉਹਦੀ ਭਗਤੀ ਕਰਕੇ ਉਹਦੇ 'ਚ ਹੀ ਸਮਾ ਗਏ ਨੇ। ਪ੍ਰੇਮ ਭਗਤ ਕਰ ਸਹਿਜ ਸਮਾਏ, ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਗਏ, ਅਭੇਦ ਹੋ ਗਏ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਰੱਬ ਦੇ ਪਿਆਰੇ ਉਹ ਇਹ ਜਾਣਦੇ ਨੇ ਕਿ ਸਰਵਰ ਮਹਿ ਹੰਸ, ਗੁਰੂ ਰੂਪੀ ਸਰੋਵਰ ਵਿੱਚ ਗੁਰਸਿੱਖ ਰੂਪੀ ਹੰਸ ਮਿਲ ਕੇ ਰਹਿੰਦੇ ਨੇ। ਔਰ ਗੁਰੂ ਰੂਪੀ ਸਰਵਰ ਗੁਰਸਿੱਖਾਂ ਦੇ ਜਿਹੜੇ ਗੁਰਸਿੱਖ ਰੂਪੀ ਹੰਸ ਨੇ ਉਹਨਾਂ ਦੇ ਹਿਰਦਿਆਂ 'ਚ ਵਸਦਾ। ਏਦਾਂ ਕਹਿ ਸਕਦੇ ਹਾਂ, ਸਿੱਖ ਗੁਰੂ 'ਚ ਮਿਲ ਕੇ ਰਹਿੰਦੇ ਨੇ ਤੇ ਗੁਰੂ ਸਿੱਖਾਂ 'ਚ ਮਿਲ ਕੇ ਰਹਿੰਦਾ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਸਿੱਖ ਗੁਰੂ ਵਿੱਚ ਹੈ, ਗੁਰੂ ਸਿੱਖ ਵਿੱਚ ਹੈ। ਪਹਿਲਾਂ ਸਿੱਖ ਦਾ ਕਰਤੱਵ ਹੈ ਕਿ ਸਿੱਖ ਗੁਰੂ ਵਿੱਚ ਮਿਲਿਆ ਰਹੇ। ਜਦੋਂ ਸਿੱਖ ਗੁਰੂ ਵਿੱਚ ਮਿਲ ਜਾਂਦਾ ਤੇ ਫਿਰ ਗੁਰੂ ਸਿੱਖ ਵਿੱਚ ਮਿਲ ਜਾਂਦਾ, ਉਹਦੇ ਅੰਦਰ ਪ੍ਰਗਟ ਹੋ ਜਾਂਦਾ। ਹਾਂਜੀ। ਅਕਥ ਕਥਾ ਗੁਰ ਬਚਨੇ ਆਧਰ। ਪਰਮੇਸ਼ਰ ਦੀ ਜਿਹੜੀ ਕਥਾ ਹੈ ਨਾ, ਉਹ ਅਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦੀ। ਗੁਰਸਿੱਖ ਗੁਰੂ ਦੇ ਬਚਨਾਂ ਦਾ ਆਦਰ ਕਰਕੇ ਉਸ ਅਕਥ ਕਥਾ ਨੂੰ ਮਾਣਦਾ ਹੈ। ਗੁਰੂ ਦੇ ਬਚਨਾਂ ਦਾ ਆਦਰ ਕਰਕੇ, ਜੋ ਗੁਰੂ ਨੇ ਬਚਨ ਕਹੇ ਨੇ ਉਹਨਾਂ ਦਾ ਸਤਿਕਾਰ ਕਰਕੇ ਗੁਰਸਿੱਖ ਵਾਹਿਗੁਰੂ ਪਰਮੇਸ਼ਰ ਦੀ ਅਕਥ ਕਥਾ ਨੂੰ ਆਪਣੇ ਹਿਰਦੇ 'ਚ ਮਾਣਦਾ ਹੈ। ਸੁਨ ਮੰਡਲ ਇਕ ਜੋਗੀ ਬੈਸੇ। ਕਹਿੰਦੇ ਸੁਨ ਮੰਡਲ ਦੀ ਜਿਹੜੀ ਅਵਸਥਾ ਹੈ, ਜਿੱਥੇ ਕੇਵਲ ਆਤਮ ਰਾਮ ਦਾ ਪ੍ਰਕਾਸ਼ ਹੈ, ਜਿੱਥੇ ਸਰੀਰ ਦੀ ਹਸਤੀ ਨਹੀਂ ਰਹਿ ਜਾਂਦੀ, ਜਿੱਥੇ ਸਰੀਰ ਤੋਂ ਪਰੇ ਦੀ ਖੇਡ ਹੈ, ਇਹ ਸਰੀਰ ਤੋਂ ਪਰੇ, ਉਹਨੂੰ ਇੱਥੇ ਗੁਰਦੇਵ ਨੇ ਕਿਹਾ ਸੁਨ ਮੰਡਲ, ਜਿੱਥੇ ਕੋਈ ਫੁਰਨਾ ਨਹੀਂ, ਜਿੱਥੇ ਕੋਈ ਸੰਕਲਪ ਨਹੀਂ। ਉਸ ਜਗ੍ਹਾ ਤੇ ਇੱਕ ਜੋਗੀ, ਜੋਗੀ ਦਾ ਇੱਥੇ ਮਤਲਬ ਹੈ ਜੁੜਿਆ ਹੋਇਆ ਗੁਰਮੁਖ ਬੈਠਾ ਹੈ ਉੱਥੇ। ਜਿੱਥੇ ਉਹ ਗੁਰਮੁਖ ਜੋਗੀ ਬੈਠਾ ਹੈ ਉਸ ਅਵਸਥਾ ਵਿੱਚ, ਉੱਥੇ ਕੀ ਭਾਵ ਹੈ ਦੱਸਦੇ ਨੇ। ਹਾਂਜੀ। ਨਾਰ ਨਾ ਪੁਰਖ ਕਹੋ ਕੋ ਕੈਸੇ। ਉੱਥੇ ਨਾ ਤਾਂ ਇਸਤਰੀ ਦਾ ਭਾਵ ਰਹਿ ਜਾਂਦਾ ਤੇ ਨਾ ਪੁਰਖ ਦਾ। ਸਰੀਰਕ ਤੌਰ ਤੇ ਸਾਡੇ ਸਰੀਰਾਂ ਦੇ ਚਿਹਨਾਂ ਮੁਤਾਬਕ ਅਸੀਂ ਕਹਿੰਦੇ ਹਾਂ ਅਸੀਂ ਪੁਰਖ ਹਾਂ, ਅਸੀਂ ਇਸਤਰੀ। ਇਸਤਰੀ ਪੁਰਖ ਦਾ ਭੇਦ ਹੈ। ਪਰ ਜਿੱਥੇ ਉਸ ਆਤਮ ਸਵਰੂਪ ਦੇ ਵਿੱਚ ਜਾ ਕੇ ਟਿਕ ਗਏ, ਉਹ ਤਾਂ ਨਿਰਾਵੈਵ ਹੈ, ਉਹਦਾ ਕੋਈ ਅੰਗ ਨਹੀਂ, ਚਿਹਨ ਨਹੀਂ ਹੈ। ਇਸ ਕਰਕੇ ਉੱਥੇ ਨਾ ਨਾਰ ਦਾ ਭਾਵ ਹੈ ਨਾ ਪੁਰਖ ਦਾ। ਇਹ ਬੜੀ ਅਤ ਉੱਚ ਦਰਜੇ ਦੀ ਉਹ ਮਹਾਨ ਅਵਸਥਾ ਹੈ ਜਿੱਥੇ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਵਰਗੇ ਗੁਰਮੁਖ ਟਿਕੇ ਹੋਏ ਸਨ। ਇਹਨਾਂ ਸਰੀਰਾਂ ਦੀ ਖੇਡ ਤੋਂ ਪਰੇ, ਜਿੱਥੇ ਨਾ ਨੀਂਦ ਹੈ ਨਾ ਭੁੱਖ ਹੈ। ਇਹ ਉਹ ਅਵਸਥਾ ਹੈ ਜਿਹਨੂੰ ਗੁਰਦੇਵ ਦਸਮ ਦੁਆਰਾ ਅਗਮ ਅਪਾਰਾ ਕਹਿੰਦੇ ਹਨ। ਇਹ ਉਹ ਅਵਸਥਾ ਹੈ ਜਿੱਥੇ ਪਾਤਸ਼ਾਹ ਕਹਿੰਦੇ ਊਂਘ ਨਾ ਭੁੱਖ ਹੈ। ਉੱਥੇ ਨਾ ਨਾਰ ਦਾ ਭਾਵ ਹੈ ਨਾ ਪੁਰਖ ਦਾ ਭਾਵ ਹੈ। ਉੱਥੇ ਸਭ ਨਿਰਾ ਅਵੈਵ ਸਵਰੂਪ ਜੋ ਪਰਮੇਸ਼ਵਰ ਦਾ ਸਵਰੂਪ ਹੈ, ਉਸ ਸਵਰੂਪ ਨੂੰ ਮਾਣਦੇ ਹਨ। ਤੇਰੇ ਭਾਵਨ ਜੋਤ ਰਹੇ ਲਿਵ ਲਾਈ। ਵਾਹਿਗੁਰੂ ਦੀ ਜੋਤ ਤਿੰਨਾਂ ਭਵਨਾਂ ਵਿੱਚ ਵਸਦੀ ਹੈ। ਤੇਰੇ ਭਾਵਨ ਜੋਤ ਰਹੇ ਲਿਵ ਲਾਈ। ਗੁਰਮੁਖ ਉਹਦੇ ਨਾਲ ਆਪਣੀ ਲਿਵ ਲਾ ਕੇ ਰੱਖਦੇ ਨੇ, ਜਿਹੜੀ ਜੋਤ ਤਿੰਨਾਂ ਭਵਨਾਂ ਵਿੱਚ ਵਸਦੀ ਹੈ, ਤਿੰਨਾਂ ਭਵਨਾਂ ਵਿੱਚ ਵਿਆਪਕ ਹੈ। ਸੁਰ ਨਰ ਨਾਥ ਸੱਚੇ ਸਰਨਾਈ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਸੁਰ ਨਰ ਨਾਥ ਸੱਚੇ ਸਰਨਾਈ। ਉਸ ਸੱਚੇ ਦੀ ਸ਼ਰਨ ਵਿੱਚ ਨੇ ਸਾਰੇ ਦੇਵਤੇ ਮਨੁੱਖ, ਔਰ ਉਹਨਾਂ ਮਨੁੱਖਾਂ ਦੇ ਨਾਥ ਰਾਜੇ ਸਭ ਉਹਦੀ ਸ਼ਰਨ ਵਿੱਚ ਨੇ, ਸਭ ਉਹਦੀ ਪਨਾਹ ਵਿੱਚ ਨੇ, ਕਿਉਂਕਿ ਉਹ ਆਲਮ ਪਨਾਹ ਹੈ। ਆਲਮ ਪਨਾਹ, ਸਾਰਾ ਆਲਮ ਉਸ ਦੀ ਪਨਾਹ ਵਿੱਚ ਹੈ, ਉਹਦੀ ਸ਼ਰਨ ਵਿੱਚ ਹੈ। ਇੱਥੇ ਬਾਦਸ਼ਾਹਾਂ ਨੂੰ ਵੀ ਕਿਹਾ ਜਾਂਦਾ ਸੀ ਆਲਮ ਪਨਾਹ, ਪਰ ਉਹ ਝੂਠੇ ਆਲਮ ਪਨਾਹ ਨੇ। ਅਸਲ ਵਿੱਚ ਸੱਚਾ ਆਲਮ ਪਨਾਹ ਤਾਂ ਪਰਮੇਸ਼ਵਰ ਹੈ, ਜਿਹਦੀ ਸ਼ਰਨ ਵਿੱਚ, ਜਿਸ ਦੀ ਪਨਾਹ ਵਿੱਚ ਸਾਰਾ ਸੰਸਾਰ ਹੈ, ਸਾਰਾ ਜਗਤ, ਤਿੰਨੇ ਲੋਕ ਜਿਸ ਦੀ ਪਨਾਹ ਵਿੱਚ ਨੇ। ਇੱਥੇ ਸਤਿਗੁਰੂ ਕਹਿੰਦੇ ਸੁਰ ਨਰ ਨਾਥ, ਦੇਵਤੇ ਮਨੁੱਖ ਤੇ ਉਹਨਾਂ ਦੇ ਨਾਥ ਰਾਜੇ,
ਸਭ ਉਸ ਸੱਚੇ ਸਾਹਿਬ ਦੀ ਸ਼ਰਨ ਵਿੱਚ ਹਨ। ਆਨੰਦ ਮੂਲ ਅਨਾਥ ਆਧਾਰੀ। ਵਾਹਿਗੁਰੂ ਆਨੰਦ ਦਾ ਮੂਲ ਹੈ, ਸਾਰੇ ਆਨੰਦ ਉਹਦੇ ਚੋਂ ਪੈਦਾ ਹੁੰਦੇ ਨੇ। ਸਰਬ ਆਨੰਦਾਂ ਦਾ ਮੂਲ ਹੈ ਵਾਹਿਗੁਰੂ ਪਰਮੇਸ਼ਵਰ, ਆਨੰਦ ਮੂਲ, ਪਰਮ ਆਨੰਦ ਦਾ ਮੂਲ ਹੈ ਉਹ। ਕਦੇ ਕਦੇ ਉਹਦੀ ਸਮੀਪਤਾ ਅਨੁਭਵ ਹੁੰਦੀ ਤੇ ਸਾਨੂੰ ਝਲਕ ਜਾਂ ਝਲਕਾਰਾ ਜਿਹਾ ਪੈਂਦਾ ਆਨੰਦ ਦਾ। ਕਦੇ ਕਦੇ ਜਦੋਂ ਉਸ ਆਨੰਦਮय ਕੋਸ਼ ਦੇ ਨੇੜੇ ਹੁੰਨੇ ਆ ਤੇ ਝਲਕ ਜੀ ਆਉਂਦੀ ਆ ਆਨੰਦ ਦੀ, ਤੇ ਆਪਾਂ ਕਹਿੰਦੇ ਬੜਾ ਆਨੰਦ ਆਇਆ ਅੱਜ, ਕਥਾ ਸੁਣ ਕੇ, ਕੀਰਤਨ ਸੁਣ ਕੇ, ਗੁਰਬਾਣੀ ਪੜ੍ਹ ਕੇ, ਸੁਣ ਕੇ। ਉਹ ਕੇਵਲ ਝਲਕ ਮਾਤਰ ਦਿਸੀ ਸੀ ਤੇ ਆਨੰਦ ਆਇਆ, ਪਰ ਉਹ ਰਿਹਾ ਨਹੀਂ, ਚਲਾ ਗਿਆ ਨਾ। ਕਿਉਂਕਿ ਆਨੰਦਮय ਕੋਸ਼ ਦੇ ਪਰਦੇ ਦੇ ਕੋਲ ਪਹੁੰਚੇ ਸੀ। ਹੁਣ ਇਹ ਪਰਦਾ ਵੀ ਜਦੋਂ ਚੀਰ ਕੇ ਅੱਗੇ ਜਾਓਗੇ ਉੱਥੇ ਪਰਮ ਆਨੰਦ ਹੈ। ਉਹ ਪਰਮ ਆਨੰਦ ਦਾ ਮੂਲ ਪਰਮੇਸ਼ਵਰ ਅਕਾਲ ਪੁਰਖ ਹੈ। ਆਨੰਦ ਮੂਲ, ਪਰਮ ਆਨੰਦ ਦਾ ਮੂਲ। ਅਨਾਥ ਆਧਾਰੀ, ਅਨਾਥਾਂ ਦਾ ਨਾਥ ਹੈ ਵਾਹਿਗੁਰੂ ਪਰਮੇਸ਼ਰ। ਅਨਾਥਾਂ ਦਾ ਆਧਾਰ ਕਹੀਏ, ਆਸਰਾ ਜਿਸ ਦਾ ਕੋਈ ਨਹੀਂ, ਉਹਦਾ ਉਹ ਮਾਲਕ ਪਰਮੇਸ਼ਵਰ ਹੈ। ਹਾਂਜੀ। ਗੁਰਮੁਖ ਭਗਤ ਸਹਿਜ ਵਿਚਾਰੇ। ਗੁਰਮੁਖ ਪਰਮੇਸ਼ਰ ਦੀ ਭਗਤੀ ਕਰਦੇ ਨੇ ਔਰ ਸਹਿਜ ਦੀ ਵਿਚਾਰ ਕਰਦੇ ਨੇ, ਗਿਆਨ ਦੀ ਵਿਚਾਰ ਕਰਦੇ ਨੇ। ਭਗਤੀ ਕਰਕੇ ਗਿਆਨ ਦੀ ਵਿਚਾਰ ਕਰਦੇ ਹਨ। ਭਗਤ ਵਛਲ ਪੈ ਕਾਟਨ ਹਾਰੇ। ਪਰਮੇਸ਼ਵਰ ਅਕਾਲ ਪੁਰਖ ਭਗਤਾਂ ਦਾ ਪਿਆਰਾ ਹੈ, ਭਗਤੀ ਕਰਨ ਵਾਲਿਆਂ ਨੂੰ ਪਾਲਣ ਵਾਲਾ ਹੈ ਔਰ ਉਹਨਾਂ ਦੇ ਭੈ, ਉਹਨਾਂ ਦੇ ਡਰਾਂ ਨੂੰ ਕੱਟਣ ਵਾਲਾ ਹੈ। ਭਗਤ ਵਛਲ ਹੈ, ਭਗਤ ਵਛਲ ਭਗਤਾਂ ਦਾ ਪਿਆਰਾ ਹੈ, ਭਗਤੀ ਕਰਨ ਵਾਲਿਆਂ ਦਾ ਪਿਆਰਾ ਹੈ। ਫਿਰ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਡਰ ਦੂਰ ਕਰਨ ਵਾਲਾ ਹੈ। ਡਰ, ਭੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਤੇ ਭੈ ਉਹ ਨਹੀਂ ਰਹਿ ਜਾਂਦਾ। ਹਉ ਮੈਂ ਮਾਰ ਮਿਲੇ ਪਗ ਧਾਰੇ। ਜਿਹੜੇ ਗੁਰਮੁਖ ਨੇ ਹਉਮੈ ਨੂੰ ਮਾਰ ਕੇ ਪਰਮੇਸ਼ਵਰ ਦੇ ਦੱਸੇ ਰਾਹ ਤੇ ਚੱਲ ਕੇ ਅਕਾਲ ਪੁਰਖ ਪਰਮੇਸ਼ਵਰ ਵਿੱਚ ਮਿਲ ਜਾਂਦੇ ਨੇ, ਭੇਦ ਹੋ ਜਾਂਦੇ ਨੇ। ਹਉਮੈ ਨੂੰ ਮਾਰ ਕੇ ਉਹ ਭਗਤ, ਕਿਉਂਕਿ ਹਉਮੈ ਨੂੰ ਮਾਰ ਕੇ ਭਗਤੀ ਦੇ ਰਾਹ ਤੇ ਪੈਰ ਰੱਖਿਆ ਜਾ ਸਕਦਾ, ਨਹੀਂ ਤਾਂ ਹਉਮੈ ਦਾ ਕੰਡਾ ਪੈਰ ਰੱਖਣ ਹੀ ਨਹੀਂ ਦਿੰਦਾ। ਰੱਖੇਗਾ ਪੈਰ 'ਚ ਚੁੱਭਦਾ, ਫਿਰ ਚੁੱਕ ਲੈਂਦਾ। ਜਿਉਂ ਜਿਉਂ ਚਲਾ ਚੁੱਭੈ ਦੁੱਖ ਪਾਵੈ, ਉਹ ਚੁੱਭਦਾ ਤੇ ਦੁੱਖ ਫਿਰ ਪਿੱਛੇ ਹਟ ਜਾਂਦਾ। ਜਦੋਂ ਹਉਮੈ ਨੂੰ ਮਾਰ ਦਿੱਤਾ ਫਿਰ ਇਹ ਚੱਲਦਾ ਉਸ ਦੱਸੇ ਰਾਹ ਤੇ ਭਗਤੀ ਦੇ, ਤੇ ਵਾਹਿਗੁਰੂ ਪਰਮੇਸ਼ਵਰ ਵਿੱਚ ਮਿਲ ਕੇ ਅਭੇਦ ਹੁੰਦਾ ਹੈ। ਅਨਕ ਜਤਨ ਕਰ ਕਾਲ ਸੰਤਾਏ। ਆ ਕਈ ਯਤਨ ਕਰ ਕਰਕੇ ਆ ਕੇ ਸਤਾਉਂਦਾ ਇਹਨੂੰ, ਕਈ ਰੂਪ ਬਣਾ ਬਣਾ ਕੇ ਆਉਂਦਾ ਇਹਦੇ ਤੇ। ਕਈ ਵਾਰ ਆ ਕੇ ਥੋੜੇ ਥੋੜੇ ਦਰਸ਼ਨ ਇਹਨੂੰ ਦਿੰਦਾ ਰਹਿੰਦਾ ਆਪਣੇ, ਵੀ ਮੈਂ ਤੇਰੇ ਸਿਰ ਤੇ ਹੀ ਆ। ਤੇ ਕਈ ਵਾਰੀ ਬੰਦਾ ਕਹਿੰਦਾ ਹੁੰਦਾ ਵੀ ਮਰਦਾ ਮਰਦਾ ਬਚਿਆ, ਬਸ ਜਾਪਦਾ ਸੀ ਵੀ ਹੁਣ ਨਿਕਲ ਜਾਣਗੀ, ਜਿੰਦ ਨਿਕਲ ਜਾਣੀ ਸੀ, ਪਰ ਰੱਬ ਨੇ ਬਚਾ ਲਿਆ। ਉਹ ਕਾਲ ਆਪਣੇ ਕਈ ਵਾਰੀ ਥੋੜੇ ਥੋੜੇ ਦਰਸ਼ਨ ਦਿੰਦਾ ਰਹਿੰਦਾ ਬੰਦੇ ਨੂੰ, ਵੀ ਮੈਂ ਹਾਂ ਆ ਤੇਰੇ ਸਿਰ ਤੇ, ਭੁਲੇਖਾ ਹੀ ਆ ਤੈਨੂੰ ਵੀ ਮੈਂ ਕਿਤੇ ਦੂਰ ਆ। ਹਾਂਜੀ। ਮਰਨ ਲਿਖਾਏ ਮੰਡਲ ਮਹਿ ਆਏ। ਮਰਨਾ ਲਿਖਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਤਾਂ ਆਇਆ, ਇਹ ਯਾਦ ਰੱਖੀ, ਮਰਨਾ ਪਹਿਲਾਂ ਲਿਖਿਆ ਗਿਆ। ਮਰਨਾ ਲਿਖਾ ਕੇ ਹੀ ਇਸ ਮਾਤ ਲੋਕ ਦੇ ਵਿੱਚ, ਮ੍ਰਿਤ ਲੋਕ ਦੇ ਵਿੱਚ ਤੇਰਾ, ਜਿਹੜੇ ਹੈ ਹੀ ਮ੍ਰਿਤ ਲੋਕ, ਜਿੱਥੇ ਆ ਕੇ ਮਰਨਾ ਹੀ ਮਰਨਾ ਹੈ, ਉਹ ਮਰਨਾ ਲਿਖਾ ਕੇ ਤਾਂ ਇਸ ਸੰਸਾਰ ਦੇ ਵਿੱਚ ਆਇਆ। ਜਨਮ ਬਾਅਦ ਵਿੱਚ ਹੋਇਆ, ਪਹਿਲਾਂ ਪਰਮੇਸ਼ਰ ਨੇ ਅਵਧੀ ਮੁਕਰਰ ਕੀਤੀ ਵੀ ਇੰਨੀ ਅਵਧੀ ਹੈ ਤੇਰੀ ਸੰਸਾਰ 'ਚ। ਹਾਂਜੀ। ਜਨਮ ਪਦਾਰਥ ਦੁਬਿਧਾ ਖੋਵੈ। ਬੜੇ ਨੇ ਜਿਹੜੇ ਆਪਣੇ ਇਸ ਜਨਮ ਰੂਪੀ ਪਦਾਰਥ ਨੂੰ ਦੁਬਿਧਾ 'ਚ ਗਵਾ ਜਾਂਦੇ ਆ, ਉਹਨਾਂ ਅੰਦਰੋਂ ਦੁਬਿਧਾ ਹੀ ਨਹੀਂ ਜਾਂਦੀ। ਉਹ ਸੋਚਦੇ ਹੀ ਰਹਿ ਜਾਂਦੇ ਨੇ, ਆਹ ਚੰਗਾ ਕੰਮ ਕਰਾਂਗੇ, ਆਹ ਭਲਾ ਕੰਮ ਕਰਾਂਗੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ, ਮਨ ਕੀ ਮਨ ਹੀ ਮਾਹੇ ਰਹੀ। ਦੁਬਦਾ ਚ ਚਲਾ ਗਿਆ, ਕਰਾਂਗੇ ਜੀ ਆ ਕੰਮ, ਜਾਵਾਂਗੇ ਗੁਰਧਾਮ ਨੂੰ, ਛਕਾਂਗੇ ਅੰਮ੍ਰਿਤ। ਪਾਤਸ਼ਾਹ ਕਹਿੰਦੇ ਜਨਮ ਰੂਪੀ ਪਦਾਰਥ ਨੂੰ ਬਹੁਤਿਆਂ ਨੇ ਦੁਬਦਾ ਚ ਖਤਮ ਕਰ ਦਿੱਤਾ। ਜਨਮ ਪਦਾਰਥ ਦੁਬਧਾ ਖੋਵੈ, ਦੁਬਿਧਾ ਵਿੱਚ ਹੀ ਆ ਕਰਨਾ ਨਹੀਂ ਕਰਨਾ, ਇਸੇ ਦੁਬਦਾ ਚ ਆਪਣੇ ਸਾਰੇ ਜਨਮ ਰੂਪੀ ਪਦਾਰਥ ਨੂੰ ਗਵਾ ਦਿੱਤਾ, ਖੋ ਦਿੱਤਾ। ਆਪਨਾ ਚੀਨਸ ਭ੍ਰਮ ਭ੍ਰਮ ਰੋਵੈ, ਆਪਣਾ ਆਪ ਨਹੀਂ ਚੀਨਿਆ, ਨਹੀਂ ਚੀਨਿਆ ਪਰਮਾਨੰਦਾ, ਆਪਣੇ ਆਪ ਨੂੰ ਚੀਨਸ ਜਾਣਿਆ ਹੀ ਨਹੀਂ। ਭ੍ਰਮ ਭ੍ਰਮ ਰੋਵੈ, ਭਰਮ ਭਰਮ ਕੇ ਰੋਂਦਾ ਹੀ ਰਿਹਾ, ਭਟਕਦਾ ਹੀ ਰਿਹਾ ਸੰਸਾਰ ਦੇ ਵਿੱਚ। ਕਹਿਤਾਓ ਪੜਤਾਓ ਸੁਣਤਾਓ ਏਕ, ਰੱਬ ਦੇ ਪਿਆਰੇ ਇੱਕ ਨੂੰ ਕਹਿੰਦੇ ਨੇ, ਇੱਕ ਨੂੰ ਸੁਣਦੇ ਨੇ, ਇੱਕ ਨੂੰ ਹੀ ਪੜ੍ਹਦੇ ਨੇ। ਉਹਨਾਂ ਦੇ ਕਹਿਣ ਵਿੱਚ ਵੀ ਇੱਕ ਹੈ, ਪੜ੍ਹਨ ਵਿੱਚ ਵੀ ਇੱਕ ਹੈ, ਤੇ ਸੁਣਨ ਵਿੱਚ ਵੀ ਇੱਕ ਪਰਮੇਸ਼ਵਰ ਹੈ। ਇੱਕ ਤੋਂ ਬਿਨਾਂ ਦੂਜੇ ਦੀ ਗੱਲ ਹੀ ਕੋਈ ਨਹੀਂ ਉਹਨਾਂ ਅੰਦਰ। ਕਹਿੰਦੇ ਦੂਜਾ ਕਾਹੇ ਸਿਮਰੀਆ, ਜੰਮੈ ਤੈ ਮਰ ਜਾਏ। ਦੂਜੇ ਦੀ ਗੱਲ ਹੀ ਨਹੀਂ। ਕਹਿਤੋ ਪੜ੍ਹਤੋ ਸੁਣਤੋ ਏਕ, ਇੱਕ ਨੂੰ ਕਹਿੰਦੇ ਨੇ, ਇੱਕ ਨੂੰ ਹੀ ਪੜ੍ਹਦੇ ਨੇ, ਔਰ ਸੁਣਦੇ ਵੀ ਇੱਕ ਨੂੰ ਹਨ। ਧੀਰਜ ਧਰਮ ਧਰਨੀ ਧਰ ਟੇਕ, ਵਾਹਿਗੁਰੂ ਜੀ ਨੇ ਹੀ ਧਰਮ ਰੂਪੀ ਧੀਰਜ ਦਿੱਤਾ ਆਪਣੇ ਸੇਵਕਾਂ ਨੂੰ, ਜਾਂ ਇਸ ਤਰ੍ਹਾਂ ਕਹਿ ਲਈਏ ਧਰਤੀ ਨੂੰ ਜਿਹੜੀ ਟੇਕ ਦਿੱਤੀ ਹੈ, ਉਹ ਪਰਮੇਸ਼ਰ ਨੇ ਧਰਮ ਦਾ ਧੀਰਜ ਦੇ ਕੇ ਦਿੱਤੀ ਹੈ। ਧਰਤੀ ਧਰਮ ਦੇ ਆਸਰੇ ਟਿਕੀ ਹੋਈ ਹੈ। ਤੌਲ ਧਰਮ, ਧਰਮ ਰੂਪੀ ਤੌਲੇ ਨੇ ਚੁੱਕੀ ਹੋਈ, ਉਜਵਲ ਧਰਮ। ਇਹ ਧਰਤੀ ਧਰਮ ਦੇ ਆਸ਼ਰਿਤ, ਜਿਸ ਦਿਨ ਧਰਮ ਨਾ ਰਿਹਾ ਉਸ ਦਿਨ ਇਹ ਧਰਤੀ ਵੀ ਨਾ ਰਹੇਗੀ। ਧਰਮੀ ਧਰਮ ਕਮਾਉਣ ਵਾਲੇ ਇਹ ਸੰਸਾਰ ਵਿੱਚ ਹੈ। ਜੇ ਅਸੰਖ ਮੂਰਖੰਦ ਘੋਰ ਨੇ ਤੇ ਫਿਰ ਅਸੰਖ ਜਪ ਵਾਲੇ ਵੀ ਬਹੁਤ ਨੇ, ਅਸੰਖ ਨਾਮ ਅਸੰਖ ਥਾਂ ਵਾਲੇ ਵੀ ਬਹੁਤ ਨੇ। ਤੋ ਵਾਹਿਗੁਰੂ ਨੇ ਇਸ ਧਰਤੀ ਨੂੰ ਧਰਮ ਦਾ ਧੀਰਜ ਦੇ ਕੇ ਇਹਨੂੰ ਟੇਕ ਦਿੱਤੀ ਹੋਈ ਹੈ। ਜਤ ਸਤ ਸੰਜਮ ਹਿਰਦੈ ਸਮਾਏ, ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ 'ਚ ਜਤ ਸਤ ਸੰਜਮ ਆਦਿਕ ਸ਼ੁਭ ਗੁਣ ਜਿਹੜੇ ਨੇ ਉਹ ਹਿਰਦੇ 'ਚ ਉਹਦੇ ਸਮਾ ਜਾਂਦੇ ਨੇ। ਏਕਾ ਨਾਰੀ ਜਤੀ ਹੋਏ, ਸਤ ਸੰਤੋਖ ਦੀ ਬਿਰਤੀ, ਸੰਜਮ ਮਰਿਆਦਾ ਰੱਖਣੀ, ਆਪਣੇ ਆਪ ਨੂੰ ਕੁਝ ਨਿਯਮਾਂ ਵਿੱਚ ਜਿਹੜੇ ਗੁਰੂ ਸਾਹਿਬ ਦੇ ਦੱਸੇ ਨਿਯਮ ਨੇ ਉਹਨਾਂ ਵਿੱਚ ਬੱਧ ਕਰਕੇ ਰੱਖਣਾ। ਹਾਂ, ਇਹਨੂੰ ਸੰਜਮ ਕਹਿੰਦੇ ਆ। ਗੁਰਮੁਖਾਂ ਦੇ ਹਿਰਦੇ ਵਿੱਚ ਉਹ ਜਤ ਸਤ ਸੰਜਮ ਦੇ ਸ਼ੁਭ ਗੁਣ ਸਮਾਏ ਰਹਿੰਦੇ ਹਨ। ਚੌਥੇ ਪਦ ਕੋ ਜੇ ਮਨ ਪਤੀ ਆਏ, ਜਿਹੜੇ ਉਸ ਚੌਥੇ ਪਦ ਵਿੱਚ, ਤੁਰਿਆ ਪਦ ਵਿੱਚ, ਤਿੰਨਾਂ ਅਵਸਥਾਵਾਂ ਤੋਂ ਪਰੇ ਜਿਹੜਾ ਚੌਥਾ ਪਦ ਹੈ, ਜਿਨ੍ਹਾਂ ਦਾ ਮਨ ਉੱਥੇ ਪਤੀਤ ਜਾਂਦਾ ਉਹ ਉਸ ਰਸ ਨੂੰ ਮਾਣਦੇ ਹਨ। ਸਾਚੇ ਨਿਰਮਲ ਮੈਲ ਨਾ ਲਾਗੈ, ਜਿਹੜੇ ਸੱਚੇ ਤੇ ਨਿਰਮਲ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਪਾਉ ਭਾਗੈ, ਗੁਰੂ ਦੇ ਸ਼ਬਦ ਦੁਆਰਾ ਗੁਰਸਿੱਖਾਂ ਦੇ ਹਿਰਦਿਆਂ ਚੋਂ ਭਰਮ ਤੇ ਡਰ ਭੱਜ ਗਿਆ ਹੈ। ਸੂਰਤ ਮੂਰਤ ਆਦ ਅਨੂਪ, ਵਾਹਿਗੁਰੂ ਪਰਮੇਸ਼ਰ ਦੀ ਸੂਰਤ, ਅਕਾਲ ਪੁਰਖ ਵਾਹਿਗੁਰੂ ਦੀ ਮੂਰਤ,
ਉਹ ਸਾਰਿਆਂ ਦਾ ਆਦ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਨਾਨਕ ਜਾਚੈ ਸਾਚ ਸਰੂਪ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਵਾਹਿਗੁਰੂ ਦੇ ਐਸੇ ਸੱਚੇ ਸਰੂਪ ਦੀ ਮੈਂ ਮੰਗ ਕਰਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।